जी की हाल है? ਇਹ ਜਿਹੜਾ ਹਮਲਾ ਅਫਗਾਨਿਸਤਾਨ ਗੁਰੂ ਘਰ ਵਿੱਚ ਹੋਇਆ ਹੈ, ਕਰਤਾ ਪ੍ਰਵਾਨ ਗੁਰੂ ਘਰ ਵਿੱਚ ਬਹੁਤ ਵੱਡਾ ਹਮਲਾ ਕੀਤਾ ਗਿਆ। ਸ਼ਰੇਆਮ ਉੱਥੇ ਬੰਬ ਵੀ ਚਲਾਏ ਗਏ ਨੇ, ਗੋਲੀਆਂ ਵੀ ਚਲਾਈਆਂ ਗਈਆਂ ਨੇ। ਇੱਕ ਸਿੱਖ ਸ਼ਹੀਦ ਹੋਇਆ ਤੇ ਇੱਕ ਉਹ ਫੌਜੀ ਜਵਾਨ ਸ਼ਹੀਦ ਹੋ ਗਿਆ, ਜਿਨ੍ਹਾਂ ਉਹ ਜਿਹੜੇ ਅੱਤਵਾਦੀ ਆਏ ਸਨ ਜਿਨ੍ਹਾਂ ਨੇ ਹਮਲਾ ਕੀਤਾ ਸੀ ਉਹਨਾਂ ਨੂੰ ਮਾਰ ਮੁਕਾਇਆ ਵੀ ਹੈ। ਪਰ ਇਹ ਹਮਲਾ ਕਰਵਾਇਆ ਗਿਆ ਹੈ ਸਿੱਖਾਂ ਨੂੰ ਡਰਾਉਣ ਵਾਸਤੇ ਕਿ ਜਿਹੜੇ ਕਾਬਲ ਵਿੱਚ ਸਿੱਖ ਵਸ ਰਹੇ ਹਨ ਉਹ ਕਾਬਲ ਛੱਡ ਕੇ ਪੰਜਾਬ ਜਾਂ ਹੋਰ ਕਿ ਜਗ੍ਹਾ 'ਤੇ ਚੱਲ ਜਾਣ, ਕਿਉਂਕਿ ਜਿਹੜਾ ਗੁਰੂ ਘਰ ਵਿੱਚ ਹਮਲਾ ਕੀਤਾ ਜਾਣਾ ਹੈ ਬੜੀ ਦੁਖਦਾਈ ਗੱਲ ਹੈ। ਪਰ ਸਿੱਖਾਂ ਦੇ ਉੱਪਰ ਹਮਲਾ ਕਿਉਂ? ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਘਰ 'ਤੇ ਹਮਲਾ ਕਿਉਂ? ਗੁਰੂ ਘਰ ਦੇ ਇਤਿਹਾਸ 'ਤੇ ਹਮਲਾ ਕਿਉਂ? ਇਹ ਲੰਮੇ ਸਮੇਂ ਤੋਂ ਸਰਕਾਰਾਂ ਕਰਾਉਂਦੀਆਂ ਆ ਰਹੀਆਂ ਨੇ। ਇਹ ਵੀ ਜਾਪਦਾ ਕਿ ਸਰਕਾਰ ਵੱਲੋਂ ਕਰਵਾਇਆ ਗਿਆ ਹੈ, ਕਿਉਂਕਿ ਉਹਨਾਂ ਬੰਦਿਆਂ ਨੂੰ ਅਜੇ ਤੱਕ ਨਾਂ ਨਹੀਂ ਦੱਸਿਆ ਗਿਆ ਜਿਹੜੇ ਅੱਤਵਾਦੀ ਗੁਰੂ ਘਰ ਵੜੇ ਨੇ। ਅੰਮ੍ਰਿਤ ਵੇਲੇ ਬਗਰਾੜੀ ਦੇ ਵਿੱਚ ਜਦੋਂ ਅਸੀਂ ਨਿਤਨੇਮ ਕਰ ਰਹੇ ਸਾਂ ਉਦੋਂ ਵੀ ਹਮਲਾ ਸਰਕਾਰ ਵੱਲੋਂ ਸਾਡੇ 'ਤੇ ਹੋਇਆ। ਜਿਹੜਾ ਅੱਜ ਵੀ ਕਾਬਲ ਦੇ ਵਿੱਚ ਗੁਰੂ ਘਰ ਵਿੱਚ ਹਮਲਾ ਹੈ ਉਹ ਵੀ ਅੰਮ੍ਰਿਤ ਵੇਲੇ ਹੋਇਆ ਹੈ। ਇਹ ਅੰਮ੍ਰਿਤ ਵੇਲੇ ਹਮਲਾ ਕਿਉਂ ਕੀਤਾ ਜਾ ਰਿਹਾ? ਇਹ ਸਰਕਾਰਾਂ ਕਰਵਾ ਰਹੀਆਂ ਨੇ, ਇਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ। ਅੱਜ ਜਿਹੜੀਆਂ ਜਥੇਬੰਦੀਆਂ ਜਥਾ ਸਿਰਲੱਥ ਦਸੂਏ ਤੋਂ ਬਾਬਾ ਗੁਰਦੇਵ ਸਿੰਘ ਜੀ ਤਰਨਾ ਦਲ ਦੇ ਜਿਹੜੇ ਸੇਵਾਦਾਰ ਉਹ ਪਹੁੰਚੇ ਹਨ, ਭਾਈ ਬਲਜਿੰਦਰ ਸਿੰਘ ਜੀ ਪ੍ਰੋਫੈਸਰ ਸਾਹਿਬ ਹਵਾਰਾ ਕਮੇਟੀ ਤੋਂ ਅਤੇ ਪੰਜ ਪਿਆਰਿਆਂ ਵਿੱਚੋਂ ਸਿੰਘ ਸਾਹਿਬ ਹੁਣੀ ਆਏ ਹਨ ਅਤੇ ਹੋਰ ਜਥੇਬੰਦੀਆਂ ਜਿਹੜੀਆਂ ਇੱਥੇ ਪਹੁੰਚੀਆਂ ਹਨ। ਇਹਨਾਂ ਵੱਲੋਂ ਸਾਰੀ ਸੰਗਤ ਨੂੰ ਬੇਨਤੀ ਹੈ, ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਪਿੰਡ ਵਿੱਚ ਇਹ ਰੋਸ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਕਿ ਗੁਰੂ ਘਰ ਵਿੱਚ ਹਮਲਾ ਕੀਤਾ ਗਿਆ, ਗੁਰੂ ਘਰ ਵਿੱਚ ਅੱਗ ਲਾ ਕੇ ਨੁਕਸਾਨ ਕਰਕੇ ਨਹਿਸ ਤਹਿਸ ਕਰ ਦਿੱਤੀ ਗਈ ਹੈ। ਪਰ ਇਹ ਸਰਕਾਰਾਂ ਨੇ ਹਮਲੇ 84 ਦੇ ਵੇਲੇ ਵੀ ਗੁਰੂ ਘਰ ਵਿੱਚ ਕੀਤਾ ਗਿਆ ਸੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਨੂੰ ਢਹਿ ਢੇਰੀ ਕੀਤਾ ਗਿਆ ਸੀ, ਪਰ ਸ੍ਰੀ ਅਕਾਲ ਤਖ਼ਤ ਦੁਬਾਰਾ ਸੁਰਜੀਤ ਹੋ ਗਿਆ। ਅੱਜ ਵੀ ਉਹ ਪ੍ਰਤੀਤ ਦੇ ਰਿਹਾ ਹੈ, ਪਰ ਕੱਲਾ ਉਦੋਂ ਹਮਲਾ ਕੱਲਾ ਸ੍ਰੀ ਅਕਾਲ ਤਖ਼ਤ ਸਾਹਿਬ ਨਹੀਂ ਅਤੇ ਹੋਰ ਵੀ ਨੇਕਾਂ ਗੁਰੂ ਘਰ ਜਿਹੜੇ ਪੰਜਾਬ ਦੇ ਵਿੱਚ ਸਨ ਉਦੋਂ ਹਮਲਾ ਕੀਤਾ ਗਿਆ ਸੀ। ਉਸ ਹਮਲੇ ਨੂੰ ਰੋਕਣ ਵਾਸਤੇ ਕੋਈ ਵੀ ਜਥੇਬੰਦੀ ਅੱਗੇ ਨਹੀਂ ਸੀ ਆਈ। ਅਸੀਂ ਬੇਨਤੀ ਕਰਦੇ ਹਾਂ ਕਿ ਜੇ ਅੱਜ ਕਾਬਲ ਦੇ ਵਿੱਚ ਥੋੜ੍ਹੇ ਸਿੱਖਾਂ ਦੀ ਗਿਣਤੀ ਸਮਝ ਕੇ ਹਮਲਾ ਕੀਤਾ ਗਿਆ ਹੈ, ਅਸੀਂ ਉੱਥੋਂ ਦੇ ਜਿਹੜਾ ਪ੍ਰਧਾਨ ਮੰਤਰੀ ਹੈ ਉਹਨੂੰ ਅਪੀਲ ਕਰਦੇ ਹਾਂ ਕਿ ਇਹ ਜਿਹੜੇ ਦੋਸ਼ੀ ਜਿਨ੍ਹਾਂ ਨੇ ਆਣ ਕੇ ਅੱਤਵਾਦੀਆਂ ਨੇ ਹਮਲਾ ਕੀਤਾ ਹੈ ਉਹ ਨਸ਼ਰ ਕੀਤੇ ਜਾਣ। ਕੌਣ ਆ, ਕਿਹੜੀਆਂ ਏਜੰਸੀਆਂ ਵੱਲੋਂ ਹਮਲਾ ਕੀਤਾ ਗਿਆ ਹੈ? ਜੇ ਤੁਸੀਂ ਨਹੀਂ ਕਰਦੇ ਤੇ ਅਸੀਂ ਇਹ ਕਹਾਂਗੇ ਕਿ ਸਰਕਾਰ ਨੇ ਹਮਲਾ ਗੁਰੂ ਘਰ 'ਤੇ ਕਰਵਾਇਆ ਗਿਆ ਹੈ। ਇਹ ਹਮਲਾ ਬਹੁਤ ਵੱਡਾ ਦੁਖਦਾਈ ਹੈ, ਸਿੱਖਾਂ ਨੂੰ ਹਿਰਦਿਆਂ ਨੂੰ ਉਲੂੰਦਰ ਕੇ ਰੱਖਣ ਵਾਲਾ ਹੈ ਤੇ ਬਰਦਾਸ਼ਤ ਕਰਨ ਤੋਂ ਬਾਹਰੀ ਹੈ। ਜੇ ਇਦਾਂ ਹੀ ਹਮਲੇ ਹੁੰਦੇ ਰਹੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਜੇ ਸਰਕਾਰ ਸਿੱਖਾਂ ਦੀ ਉੱਥੇ ਰਾਖੀ ਨਹੀਂ ਕਰ ਸਕਦੀ ਤੇ ਸਰਕਾਰ ਉਹਨਾਂ ਸਿੱਖਾਂ ਨੂੰ ਹਥਿਆਰ ਦੇ ਦੇਣ, ਉਹ ਢਾਡੀ ਵੀ ਰਾਖੀ ਕਰਨਗੇ ਤੇ ਆਪਣੀ ਵੀ ਰਾਖੀ ਕਰਨਗੇ। ਇਸੇ ਕੌਮ ਇਦਾਂ ਦੀ ਕੌਮ ਹੈ। ਜੇ ਤੁਸੀਂ ਹਥਿਆਰ ਨਹੀਂ ਦਿੰਦੇ ਤੇ ਫਿਰ ਹਥਿਆਰ ਸਾਨੂੰ ਲੈਣੇ ਵੀ ਆਉਂਦੇ ਨੇ ਤੇ ਸਾਨੂੰ ਚੁੱਕਣੇ ਵੀ ਆਉਂਦੇ ਨੇ। ਅਸੀਂ ਅੱਗੇ ਵੀ ਧੀਆਂ ਭੈਣਾਂ ਦੀ ਇੱਜ਼ਤ ਬਚਾਉਂਦੇ ਆ ਰਹੇ ਹਾਂ, ਲੋਕਾਂ ਦੀ ਰਾਖੀ ਵਾਸਤੇ ਸਿਰ ਦਿੱਤੇ ਨੇ ਤੇ ਦਿੰਦੇ ਰਵਾਂਗੇ। ਪਰ ਆ ਜਿਹੜਾ ਅੱਜ ਅਫਗਾਨਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਵੀ ਲਿਖੀ ਗਈ ਹੈ ਜਥੇਬੰਦੀਆਂ ਵੱਲੋਂ, ਉਹ ਚਿੱਠੀ ਪੜ੍ਹਦਿਆਂ ਸਾਰ ਹੀ ਸਖਤ ਫੈਸਲੇ ਲੈ ਲਵੇ ਪ੍ਰਧਾਨ ਮੰਤਰੀ। ਜੇ ਪ੍ਰਧਾਨ ਮੰਤਰੀ ਨੇ ਫੈਸਲੇ ਸਖਤ ਨਾ ਲਏ ਅਸੀਂ ਡਟ ਕੇ ਵਿਰੋਧ ਕਰਾਂਗੇ, ਪਰ ਖੀਰ ਦੇ ਉੱਪਰ ਜੇ ਸਾਨੂੰ ਕੁਝ ਕਰਨਾ ਪਿਆ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅੱਜ ਬਾਬਾ ਜੀ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਨਾਲ ਅਫਗਾਨਿਸਤਾਨ 'ਚ ਹਮਲਾ ਕੀਤਾ ਗਿਆ ਗੁਰਦੁਆਰਾ ਸਾਹਿਬ ਦੇ ਉੱਤੇ ਕੀ ਕਹਿਣਾ ਚਾਹੋਗੇ? ਅੱਜ ਦਾ ਜਿਹੜਾ ਪ੍ਰਦਰਸ਼ਨ ਹੈ ਉਹ ਅਫਗਾਨਿਸਤਾਨ ਵਿੱਚ ਗੁਰਦੁਆਰਾ ਨਾਨਕ ਪ੍ਰਕਾਰ ਜਿਹੜਾ ਉਹਦੇ ਤੇ ਹਮਲਾ ਕੀਤਾ ਗਿਆ ਹੈ। ਪਹਿਲਾਂ 2018 ਵਿੱਚ ਉਸੇ ਗੁਰਦੁਆਰਾ ਸਾਹਿਬ ਤੇ ਹਮਲਾ ਹੋਇਆ, ਫਿਰ 2020 ਦੇ ਵਿੱਚ ਤੇ ਹੁਣ 2022 ਦੇ ਵਿੱਚ ਹੋਇਆ। ਤੇ ਜੋ ਹਾਲਾਤ ਨੇ ਉਹਨਾਂ ਦੇ ਮੁਤਾਬਕ ਸਾਨੂੰ ਲੱਗਦਾ ਹੈ ਕਿ ਬੀਜੇਪੀ ਦਾ ਇੱਕ ਲੀਡਰ ਜਿਹੜਾ ਹੈ ਉਹ ਮੁਸਲਮਾਨਾਂ ਦੇ ਰਹਿਬਰ ਦੇ ਖਿਲਾਫ ਬੋਲਦਾ ਹੈ ਤੇ ਉੱਥੇ ਜਾ ਕੇ ਅਟੈਕ ਸਿੱਖਾਂ ਤੇ ਹੁੰਦਾ ਹੈ। ਸਾਨੂੰ ਸ਼ੱਕ ਹੈ ਵੀ ਭਾਰਤ ਦੀਆਂ ਏਜੰਸੀਆਂ ਨਹੀਂ ਕਰਾਇਆ, ਕਿਉਂਕਿ ਅਫਗਾਨਿਸਤਾਨ ਦੇ ਵਿੱਚ ਸਾਡਾ ਕੋਈ ਵੀ ਸਿੱਖ ਜਿਹੜਾ ਉਹਨਾਂ ਦੇ ਵਿਰੁੱਧ ਨਹੀਂ ਬੋਲਦਾ। ਉਹ ਕਿਰਤ ਕਰਕੇ ਤੇ ਗੁਰੂ ਘਰ ਦੇ ਵਿੱਚ ਬਾਣੀ ਪੜ੍ਹ ਕੇ ਤੇ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ। ਇੱਕ ਬੰਨੇ ਇੱਥੋਂ ਦਾ ਲੀਡਰ ਬੋਲਦਾ, ਦੂਜੇ ਬੰਨੇ ਗੁਰਦੁਆਰਾ ਦਾ ਅਟੈਕ ਹੁੰਦਾ। ਸਾਨੂੰ ਸ਼ੱਕ ਹੈ ਵੀ ਇਹਨਾਂ ਨੇ ਕੀਤਾ, ਕਿਉਂਕਿ ਖਾਲਸਾ ਪੰਥ ਜਿਹੜਾ ਹੈ ਉਹ ਸਾਰੇ ਧਰਮਾਂ ਦਾ ਸਤਿਕਾਰ ਜਿਹੜਾ ਕਰਦਾ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਜਿਨ੍ਹਾਂ ਨੂੰ ਲੋਕ ਨੀਵੀਂ ਜਾਤ ਕਹਿੰਦੇ ਸੀ ਤਾਂ ਉਹਨਾਂ ਨੂੰ ਵੀ ਗੱਲ ਨਾਲ ਲਾਉਂਦੇ ਆ। ਪਰ ਅਫਗਾਨਿਸਤਾਨ 'ਚ ਦੂਸਰੀ ਵਾਰੀ ਹਮਲਾ ਹੋਇਆ ਗੁਰਦੁਆਰਾ ਸਾਹਿਬ ਦੇ ਉੱਤੇ, ਕੀ ਕਹਿਣਾ ਚਾਹੋਗੇ ਇਹਦੇ ਤੇ ਕਿ ਲਗਾਤਾਰ ਹੀ ਅਫਗਾਨਿਸਤਾਨ 'ਚ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ? ਇਸੇ ਕਰਕੇ ਟਾਰਗੇਟ ਕੀਤਾ ਜਾ ਰਿਹਾ ਨਾ। ਇੱਕ ਬੰਨੇ ਮੈਂ ਕਹਿ ਕੇ ਹਟਿਆ ਵੀ ਇੱਥੋਂ ਦਾ ਬੀਜੇਪੀ ਦਾ ਲੀਡਰ ਉਹਨਾਂ ਦੇ ਵਿਰੁੱਧ ਬੋਲਦਾ ਤੇ ਅਟੈਕ ਸਾਡੇ ਗੁਰਦੁਆਰੇ ਸਾਹਿਬ ਤੇ ਹੋ ਜਾਂਦਾ। ਇਹਦਾ ਮਤਲਬ ਭਾਰਤ ਦੀਆਂ ਏਜੰਸੀਆਂ ਦਾ ਉੱਥੇ ਪੂਰਾ ਹੱਥ ਹੈ, ਕਿਉਂਕਿ ਜਦੋਂ ਇਹ 200 ਕਿ 300 ਬੱਸਾਂ ਲੈ ਕੇ ਗਏ ਸੀ ਉਦੋਂ ਦਾ ਇਹਨਾਂ ਦਾ ਉਹਨਾਂ ਸਾਰਿਆਂ ਨਾਲ ਸੰਬੰਧ ਹੈ। ਤੇ ਉੱਥੇ ਜਿਹੜਾ ਅਟੈਕ ਹੋ ਰਿਹਾ ਪਾਕਿਸਤਾਨ ਵਿੱਚ ਜਿਹੜੇ ਅਟੈਕ ਹੋ ਰਹੇ ਉਹ ਵੀ ਇਹਨਾਂ ਏਜੰਸੀਆਂ ਦਾ ਹੀ ਕੰਮ ਹੈ। ਜਿਸ ਦਿਨ ਦਾ ਹਮਲਾ ਹੋਇਆ ਨਾ ਤਾਂ ਭਾਰਤ ਸਰਕਾਰ ਵੱਲੋਂ ਨਾ ਹੀ ਪੰਜਾਬ ਸਰਕਾਰ ਵੱਲੋਂ ਕੋਈ ਇਸ ਤੇ ਬਿਆਨ ਦਿੱਤਾ ਗਿਆ। ਵੇਖੋ ਭਾਰਤ ਸਰਕਾਰ ਤੇ ਜਿਹੜਾ ਆਪਾਂ ਕਹਿ ਸਕਦੇ ਹਾਂ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਉਹਨਾਂ ਨੂੰ ਚਾਹੀਦਾ ਸੀ ਕੁਝ ਬੋਲਣਾ, ਜੇ ਨਹੀਂ ਬੋਲੇ ਤੇ ਇਹ ਉਹਨਾਂ ਦੀ ਨਲਾਇਕੀ ਹੈ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸਿੱਖ ਜਗਤ ਨੂੰ ਪਤਾ ਹੈ ਕਿ ਥੋੜੇ ਦਿਨ ਪਹਿਲਾਂ ਕਾਬੁਲ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਉੱਥੇ ਦੇ ਇੱਕ ਦਹਿਸ਼ਤਗਰਦ ਟੋਲੇ ਨੇ ਗੁਰਦੁਆਰਾ ਸਾਹਿਬ ਦੇ ਉੱਤੇ ਹਮਲਾ ਕੀਤਾ ਸੀਗਾ ਔਰ ਉਸ ਹਮਲੇ ਦੇ ਵਿੱਚ 2 ਜਣੇ ਸ਼ਹੀਦ ਹੋ ਗਏ ਸੀਗੇ। ਅਸੀਂ ਅੱਜ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਬਹੁਤ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀਆਂ, ਜੱਥਾ ਸਿਰਲਥ ਅਤੇ ਜਨਰਲ ਸ਼ਬੇਕ ਸਿੰਘ ਦੇ ਭਰਾਤਾ ਜੀ ਤੇ ਨਾਲ 5 ਸਿੰਘ ਸਾਹਿਬਾਨਾਂ ਵਿੱਚੋਂ ਸਤਨਾਮ ਸਿੰਘ ਖੰਡਾ ਜੀ ਅਤੇ ਬਹੁਤ ਸਾਰੀਆਂ ਸੰਗਤਾਂ ਇਕੱਠੇ ਹੋ ਕਰਕੇ ਅੱਜ ਅਸੀਂ ਰੋਸ ਇੱਥੇ ਪ੍ਰਗਟ ਕਰ ਰਹੇ ਹਾਂ। ਸਾਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਜਿਹੜੇ ਦਹਿਸ਼ਤਗਰਦ ਨੇ ਜਿਸ ਨੂੰ ਉਹਨਾਂ ਨੇ ਜ਼ਿੰਮੇਵਾਰੀ ਲਿੱਤੀ, ਅਖਬਾਰਾਂ ਵਿੱਚ ਆਈ ਤੇ ਉਹਨਾਂ ਨੇ ਕਿਹਾ ਕਿ ਅਸੀਂ ਹਮਲਾ ਤਾਂ ਕੀਤਾ ਕਿਉਂਕਿ ਭਾਜਪਾ ਦੀ ਇੱਕ ਆਗੂ ਨੇ ਮੁਹੰਮਦ ਸਾਹਿਬ ਦੇ ਖਿਲਾਫ ਵਿਵਾਦਿਤ ਬਿਆਨ ਦਿੱਤੇ ਸੀ, ਕੰਟਰੋਵਰਸ਼ੀਅਲ ਬਿਆਨ ਦਿੱਤੇ ਸੀਗੇ। ਅਸੀਂ ਉਹਦਾ ਬਦਲਾ ਲੈਣ ਵਾਸਤੇ ਇਹ ਹਮਲਾ ਕੀਤਾ। ਇਸ ਗੱਲ ਨੇ ਸਾਡੇ ਮਨਾਂ ਦੇ ਵਿੱਚ ਬੜਾ ਵੱਡਾ ਬੋਝ ਪਾਇਆ ਕਿ ਸਿੱਖ ਜਿਹੜੇ ਨੇ ਉਹ ਤਾਂ ਇੱਕ ਵੱਖਰੀ ਕੌਮ ਹੈ। ਸਾਨੂੰ ਭਾਜਪਾ ਦੇ ਆਗੂ ਨੇ ਜਿਹੜੀ ਬਿਆਨ ਦਿੱਤਾ ਹੈ ਮੁਹੰਮਦ ਸਾਹਿਬ ਦੇ ਖਿਲਾਫ, ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਸੀਂ ਫਿਰ ਇੱਕ ਚਿੱਠੀ ਤਿਆਰ ਕੀਤੀ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ, ਜੋ ਕਿ ਅਸੀਂ ਮੀਡੀਆ ਦੇ ਵਿੱਚ ਸਰਕੂਲੇਟ ਕਰ ਦੇਣੀ ਹੈ। ਉਹ ਚਿੱਠੀ ਅਸੀਂ ਇੰਗਲਿਸ਼ ਵਿੱਚ ਪ੍ਰਧਾਨ ਮੰਤਰੀ ਅਫਗਾਨਿਸਤਾਨ ਨੂੰ ਲਿਖੀ ਹੈ। ਉਹਦੇ ਵਿੱਚ ਅਸੀਂ ਬੜਾ ਸਪਸ਼ਟ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਇੱਕ ਸਿੱਖ ਵੱਖਰੀ ਕੌਮ ਦੀ ਨੀਂਹ ਰੱਖੀ ਸੀਗੀ, ਤਾਂ ਇਹ ਕੌਮ ਸਾਰਿਆਂ ਦੇ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ। ਇਹ ਕੌਮ ਜਿਹੜੀ ਹੈ, ਚਾਹੇ ਉਹ ਕੋਵਿਡ ਦਾ ਸਮਾਂ ਹੋਏ, ਚਾਹੇ ਉਹ ਕੁਦਰਤੀ ਆਫਤਾਂ ਦਾ ਸਮਾਂ ਹੋਏ, ਹਮੇਸ਼ਾ ਇਸ ਕੌਮ ਨੇ ਸਾਰੀ ਮਨੁੱਖਤਾ ਨੂੰ ਕਲਾਵੇ ਵਿੱਚ ਲਿਆ ਹੈ। ਤੇ ਸਾਨੂੰ ਇੱਕ ਐਸੀ ਗੁੜਤੀ ਦਿੱਤੀ ਹੈ ਗੁਰੂ ਨਾਨਕ ਸਾਹਿਬ ਨੇ ਕਿ ਅਸੀਂ ਕਿਸੇ ਵੀ ਧਰਮ ਦੇ ਖਿਲਾਫ ਕਦੀ ਵੀ ਇੱਕ ਵੀ ਲਫ਼ਜ਼ ਨਹੀਂ ਬੋਲਦੇ। ਮੁਹੰਮਦ ਸਾਹਿਬ ਸਾਰਿਆਂ ਵਾਸਤੇ ਸਤਿਕਾਰਯੋਗ ਨੇ ਕਿਉਂਕਿ ਇੱਕ ਧਾਰਮਿਕ ਆਗੂ ਨੇ, ਧਾਰਮਿਕ ਰਹਿਬਰ ਨੇ। ਤੇ ਸਾਨੂੰ ਤਾਂ ਐਸਾ ਕੋਈ ਸਬਕ ਸਿਖਾਇਆ ਹੀ ਨਹੀਂ ਗਿਆ ਸਾਡੇ ਗੁਰੂਆਂ ਵੱਲੋਂ ਕਿ ਕਿਸੇ ਦੇ ਖਿਲਾਫ ਕੋਈ ਗੱਲ ਕਰੋ ਜਾਂ ਕਿਸੇ ਦੇ ਧਾਰਮਿਕ ਗ੍ਰੰਥਾਂ ਦੇ ਬਾਰੇ ਗੱਲ ਕਰੋ ਜਾਂ ਕਿਸੇ ਦੇ ਧਾਰਮਿਕ ਮੰਦਿਰ ਜਾਂ ਮਸਜਿਦ ਬਾਰੇ ਕੋਈ ਗੱਲ ਕਰੋ। ਸਾਨੂੰ ਇਸ ਕਰਕੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣੀ ਪਈ ਅਫਗਾਨਿਸਤਾਨ ਦੇ ਕਿ ਇਹ ਦੱਸਣ ਵਾਸਤੇ ਕਿ ਬਾਰ-ਬਾਰ ਕਾਬੁਲ ਦੇ ਵਿੱਚ ਸਿੱਖਾਂ ਦੇ ਗੁਰਦੁਆਰਿਆਂ 'ਤੇ ਜਿਹੜੇ ਹਮਲੇ ਹੁੰਦੇ ਨੇ, ਇੱਕ ਐਸਾ ਜ਼ਹਿਰ
ਉਗਲ ਦਿੱਤਾ ਗਿਆ ਹੈ ਲੋਕਾਂ ਦੀ ਮਾਨਸਿਕਤਾ ਦੇ ਵਿੱਚ, ਉਹ ਬਾਰ-ਬਾਰ ਉੱਥੇ ਹਮਲੇ ਕਰਕੇ ਸਿੱਖਾਂ ਦੇ ਉੱਤੇ ਐਸਾ ਕਿਉਂ ਕੀਤਾ ਜਾ ਰਿਹਾ ਹੈ ਤੇ ਉਸ ਸਾਜ਼ਿਸ਼ ਦੇ ਬਾਰੇ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕੀਤੀ ਜਾਵੇ। ਕਹਿਣ ਤੋਂ ਭਾਵ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਦੇ ਵਿੱਚ ਅਸੀਂ ਇਹ ਵੀ ਗੱਲ ਕੀਤੀ ਹੈ ਕਿ ਜਿਹੜੇ ਉੱਥੋਂ ਸਿੱਖ ਮਾਈਗ੍ਰੇਟ ਕਰਕੇ ਹੁਣ ਇੰਡੀਆ ਆਉਣ ਲੱਗੇ ਨੇ, ਕੋਸ਼ਿਸ਼ ਕੀਤੀ ਜਾਵੇ ਉਹਨਾਂ ਨੂੰ ਉੱਥੇ ਸੁਰੱਖਿਆ ਪ੍ਰੋਵਾਈਡ ਕੀਤੀ ਜਾਵੇ, ਹੋਰ ਉਹਨਾਂ ਦਾ ਵਿਸ਼ਵਾਸ ਜਿੱਤਿਆ ਜਾਵੇ। ਅਸੀਂ ਇਹ ਚਿੱਠੀ ਜਿਹੜੀ ਹੈ ਸਿਰਫ ਪ੍ਰਧਾਨ ਮੰਤਰੀ ਅਫਗਾਨਿਸਤਾਨ ਤੱਕ ਸੀਮਿਤ ਨਹੀਂ ਰੱਖਾਂਗੇ, ਬਲਕਿ ਇਹ ਆਪਣਾ ਮੈਸੇਜ ਬਾਕੀ ਦੇ ਇਸਲਾਮਿਕ ਮੁਲਕਾਂ ਤੱਕ ਵੀ ਪਹੁੰਚਾਵਾਂਗੇ। ਤੇ ਨਾਲ ਦੇ ਨਾਲ ਅਸੀਂ ਭਾਰਤ ਸਰਕਾਰ ਨੂੰ ਦੀ ਫੇਲਰ ਦੇ ਉੱਤੇ ਵੀ ਗੱਲ ਕਰਨਾ ਚਾਹਾਂਗੇ ਕਿ ਭਾਰਤ ਸਰਕਾਰ ਦੇ ਅਫਗਾਨਿਸਤਾਨ ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ ਐਮਬੈਸੀਜ਼ ਹੈਗੀਆਂ ਨੇ, ਕਿਉਂ ਨਹੀਂ ਆਪਣੀਆਂ ਐਮਬੈਸੀਜ਼ ਦੇ ਰਾਹੀਂ ਪਾਕਿਸਤਾਨ ਦੇ ਵਿੱਚ ਤੇ ਅਫਗਾਨਿਸਤਾਨ ਦੇ ਵਿੱਚ ਉਹਨਾਂ ਨੂੰ ਕਹਿ ਕੇ ਭਾਰਤ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਸਿੱਖਾਂ ਵਾਸਤੇ ਯੋਗ ਸੁਰੱਖਿਆ ਪ੍ਰਬੰਧ ਹੁਣ ਤੱਕ ਕਿਉਂ ਨਹੀਂ ਕੀਤੇ ਗਏ? ਬਾਰ-ਬਾਰ ਸਿੱਖਾਂ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ ਹੈ? ਇਹਦੇ ਪਿੱਛੇ ਕੋਈ ਵੋਟ ਪੋਲਿਟਿਕਸ ਤਾਂ ਨਹੀਂ? ਜਿਵੇਂ ਆਪਾਂ ਪੰਜਾਬ ਵੀ ਦੇਖ ਲਈਏ ਕਿ ਕਿਧਰੇ ਨਾ ਕਿਧਰੇ ਵੋਟ ਪੋਲਿਟਿਕਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਕੀਤੀਆਂ ਜਾਂਦੀਆਂ ਨੇ, ਇਨਸਾਫ ਨਹੀਂ ਦਿੱਤੇ ਜਾਂਦੇ। ਸੋ ਸਿੱਖ ਜਿਹੜਾ ਹੈ ਹਰ ਪਾਸੇ ਕਰਸ਼ ਕੀਤਾ ਜਾ ਰਿਹਾ ਹੈ, ਚਾਹੇ ਉਹ ਇੰਡੀਆ ਵਿੱਚ ਹੈ। ਜੇ ਇੰਡੀਆ ਦੀ ਗੱਲ ਕਰੀਏ ਤਾਂ ਸਾਡੇ ਗੁਰਧਾਮ 1984 ਵਿੱਚ ਢਾਏ ਗਏ। ਜੇ ਉਹਦੇ ਬਾਅਦ ਦੀ ਗੱਲ ਕਰੀਏ ਤੇ ਪ੍ਰਧਾਨ ਮੰਤਰੀ ਮੋਦੀ ਦੇ ਸਮੇਂ ਦੌਰਾਨ ਵੀ, ਭਾਜਪਾ ਦੇ ਸਮੇਂ ਦੌਰਾਨ ਵੀ ਅਨੇਕਾਂ ਗੁਰਧਾਮ ਜਿਹੜੇ ਸੀਗੇ ਇਤਿਹਾਸਿਕ ਗੁਰਧਾਮ ਢਾਹ ਦਿੱਤੇ ਗਏ। ਹੁਣ ਅਸੀਂ ਕਾਬੁਲ ਦੇ ਵਿੱਚ ਵੀ ਸਫ਼ਰ ਕਰ ਰਹੇ ਹਾਂ, ਅਸੀਂ ਪਾਕਿਸਤਾਨ ਦੇ ਵਿੱਚ ਵੀ ਸਫ਼ਰ ਕਰ ਰਹੇ ਹਾਂ। ਇਹ ਸਾਰੇ ਦੇ ਪਿੱਛੇ ਕਿਉਂ ਨਹੀਂ ਭਾਰਤ ਸਰਕਾਰ ਆਪਣੇ ਡਿਪਲੋਮੈਟਿਕ ਰਿਲੇਸ਼ਨ ਦੇ ਰਾਹੀਂ ਇਸਲਾਮਿਕ ਮੁਲਕਾਂ ਦੇ ਕੋਲ ਕਿਉਂ ਨਹੀਂ ਇਹ ਪਹੁੰਚ ਕਰਦੀ ਕਿ ਭਈ ਸਾਡੇ ਜਿਹੜੇ ਸਿੱਖ ਉੱਥੇ ਹੈਗੇ ਨੇ ਉਹਨਾਂ ਸਾਰਿਆਂ ਦੀ ਸੁਰੱਖਿਆ ਜਿਹੜੀ ਹੈ ਉਹ ਯਕੀਨਨ ਬਣਾਈ ਜਾਵੇ। ਅਸੀਂ ਇਹ ਅੱਜ ਰੋਸ ਦੇ ਵਿੱਚ ਇਹ ਸਾਰੇ ਮੁੱਦੇ ਉਠਾਏ ਨੇ ਕਿ ਸਿੱਖ ਇੱਕ ਵੱਖਰੀ ਕੌਮ ਹੈ, ਉਹਦਾ ਦਾ ਭਾਜਪਾ ਦੇ ਇਹਨਾਂ ਬਿਆਨਾਂ ਦੇ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਸੰਬੰਧ ਨਹੀਂ ਹੈ, ਕੋਈ ਰਿਲੇਸ਼ਨ ਨਹੀਂ ਹੈ। ਅਸੀਂ ਇਹ ਮੈਸੇਜ ਇਸਲਾਮਿਕ ਕੰਟਰੀਜ਼ ਤੱਕ ਦੇ ਰਹੇ ਹਾਂ। ਅੱਜ ਅਸੀਂ ਜਿਹੜੀ ਚਿੱਠੀ ਹੈ ਉਹ ਈਮੇਲ ਦੇ ਰਾਹੀਂ ਪ੍ਰਧਾਨ ਮੰਤਰੀ ਨੂੰ ਭੇਜਾਂਗੇ। ਨਾਲ ਦੇ ਨਾਲ ਅਸੀਂ ਕੁਝ ਹੋਰ ਇਸਲਾਮਿਕ ਕੰਟਰੀਜ਼ ਤੱਕ ਵੀ ਆਪਣੀ ਗੱਲ ਜਿਹੜੀ ਹੈ ਪਹੁੰਚਾਵਾਂਗੇ। 9/11 ਤੋਂ ਬਾਅਦ ਵੀ ਜਿਹੜਾ ਸਿੱਖ ਨਿਸ਼ਾਨਾ ਬਣਦੇ ਰਹੇ ਆ, ਕਿਉਂਕਿ ਉਹਨਾਂ ਨੂੰ ਮੁਸਲਮਾਨ ਸਮਝ ਕੇ ਮਾਰਿਆ ਜਾਂਦਾ ਰਿਹਾ। ਅਮਰੀਕਾ ਦੇ ਵਿੱਚ ਕਈ ਸਿੱਖ ਮਾਰੇ ਗਏ ਆ। ਹੁਣ ਫੇਰ ਜਿਹੜਾ ਫੇਰ ਉਹੀ ਸੇਮ ਜਿਹੜਾ ਹਾਦਸਾ ਹੋ ਰਿਹਾ, ਉਹ ਹਿੰਦੂ ਸਮਝ ਕੇ ਉਹਨਾਂ ਨੂੰ ਜਿਹੜਾ ਹੈਗਾ ਮਾਰਿਆ ਜਾ ਰਿਹਾ। ਲੇਕਿਨ ਇਹਦਾ ਕਿਤੇ ਨਾ ਕਿਤੇ ਸਰਕਾਰਾਂ ਦੇ ਨਾਲ ਨਾਲ ਸਿੱਖ ਜਥੇਬੰਦੀਆਂ ਨੂੰ ਵੀ ਕਿਤੇ ਨਾ ਕਿਤੇ ਜਿੰਨੀ ਸਾਰੇ ਦੇਸ਼ ਵਿੱਚ ਜਾਂ ਸਾਰੀ ਦੁਨੀਆ ਦੇ ਵਿੱਚ ਜਿਹੜੇ ਸਿੱਖ ਫੈਲੇ ਹੋਏ ਨੇ, ਤੇ ਕਹਿਣ ਦਾ ਮਤਲਬ ਹੈਗਾ ਕਿ ਸਿੱਖ ਜਥੇਬੰਦੀਆਂ ਇੰਟਰਨੈਸ਼ਨਲੀ ਜਿਹੜੀਆਂ ਹੈਗੀਆਂ ਆਪਣੀ ਆਇਡੈਂਟੀਟੀ ਨੂੰ ਸਹੀ ਦੱਸਣ ਵਾਸਤੇ, ਅਲੱਗ ਦੱਸਣ ਵਾਸਤੇ ਕੀ ਉਪਰਾਲੇ ਕਰਨ, ਉਹਦੇ ਵਾਸਤੇ ਕੀ ਸੋਚਿਆ ਗਿਆ? ਮੈਂ ਤੁਹਾਡੀ ਗੱਲ ਨੂੰ ਇਸ ਤਰੀਕੇ ਨਾਲ ਜਵਾਬ ਦੇ ਰਿਹਾ। ਜਿੱਥੇ ਤੱਕ ਅਫਗਾਨਿਸਤਾਨ ਦਾ ਸਵਾਲ ਹੈ, ਹਿਸਟੋਰੀਕਲੀ ਵੇਖ ਲਓ, ਇਤਿਹਾਸ ਦੱਸਦਾ ਹੈ ਕਿ ਸਾਡੇ ਗੁਰੂ ਸਾਹਿਬਾਨ ਵੀ ਅਫਗਾਨਿਸਤਾਨ ਦੇ ਵਿੱਚ ਜਿਸ ਵੇਲੇ ਉਦਾਸੀਆਂ ਸੀਗੀਆਂ ਉਸ ਵੇਲੇ ਗੁਰੂ ਸਾਹਿਬਾਨ ਵੀ ਗਏ ਸੀਗੇ। ਹੋਰ ਗੁਰੂ ਸਾਹਿਬ ਦੇ ਟਾਈਮ ਤੋਂ ਸਿੱਖ ਇਤਿਹਾਸ ਅਫਗਾਨਿਸਤਾਨ ਦੇ ਨਾਲ ਜੁੜਿਆ ਹੋਇਆ ਹੈ। ਬੜਾ ਡੀਪ ਰੂਟਡ ਸਾਡਾ ਇਤਿਹਾਸ ਹੈ ਅਫਗਾਨਿਸਤਾਨ ਦੇ ਵਿੱਚ, ਸਾਡੀਆਂ ਨਿਸ਼ਾਨੀਆਂ ਨੇ ਗੁਰੂ ਘਰ ਦੀਆਂ। ਸੋ ਅਫਗਾਨਿਸਤਾਨ ਦੇ ਵਿੱਚ ਆਈਡੈਂਟੀਟੀ ਕ੍ਰਾਈਸਿਸ ਨਾਮ ਦੀ ਕੋਈ ਚੀਜ਼ ਨਹੀਂ ਹੈ। ਕਿਉਂ? ਇੱਕ ਸਮਾਂ ਸੀਗਾ ਅਫਗਾਨਿਸਤਾਨ ਦੇ ਵਿੱਚ ਸਾਡੀ ਪੋਪੂਲੇਸ਼ਨ 4-5 ਲੱਖ ਸੀਗੀ। ਹੋਰ ਸਿੱਖਾਂ ਨੇ ਉੱਥੇ MP ਦੀ ਪੋਸਟ ਵੀ ਹਾਸਲ ਕੀਤੀ ਹੋਈ ਹੈ। MP ਵੀ ਰਹੇ ਨੇ ਸਿੱਖ ਉੱਥੇ, ਪਿਛਲੇ ਸਾਲਾਂ ਵਿੱਚ ਉਹਨਾਂ ਨੂੰ ਮਾਰਿਆ ਗਿਆ ਸੀਗਾ। ਪਰ ਇਹਦੇ ਇਲਾਵਾ ਸਿੱਖਾਂ ਨੇ ਅਫਗਾਨਿਸਤਾਨ ਦੀ ਇਕਨੋਮੀ ਦੇ ਵਿੱਚ ਯੋਗਦਾਨ ਪਾਉਣ ਲਈ ਬਹੁਤ ਵੱਡੇ ਯੋਗਦਾਨ ਪਾਏ ਨੇ। ਸੋ ਅਫਗਾਨਿਸਤਾਨ ਦਾ ਜਿੱਥੇ ਤੱਕ ਸਵਾਲ ਹੈ, ਉੱਥੇ ਉੱਥੇ ਸਿੱਖ ਆਈਡੈਂਟੀਟੀ ਕ੍ਰਾਈਸਿਸ ਨਾਮ ਦੀ ਕੋਈ ਚੀਜ਼ ਨਹੀਂ ਹੈ। ਅਸੀਂ ਸਮਝਦੇ ਹਾਂ ਇਹਦੇ ਪਿੱਛੇ ਇੱਕ ਕੱਟੜਵਾਦ ਹੁੰਦਾ। ਪਹਿਲਾ ਕਾਰਨ ਇਹ ਹੈਗਾ ਇਸਲਾਮਿਕ ਕੱਟੜਵਾਦ। ਇਸਲਾਮਿਕ ਕੱਟੜਵਾਦ ਇੱਕ ਐਸੀ ਚੀਜ਼ ਹੈ ਜੋ ਕਿ ਦੂਸਰੇ ਧਰਮਾਂ ਨੂੰ ਬਰਦਾਸ਼ਤ ਨਹੀਂ ਕਰਦੀ। ਉਹ ਕੱਟੜਵਾਦ ਭਾਰਤ ਵਿੱਚ ਵੀ ਹੈ, ਚੇਤੇ ਰੱਖਿਓ। ਤਾਂ ਹੀ ਤਾਂ ਹਿੰਦੂ ਰਾਸ਼ਟਰ ਦੀ ਗੱਲ ਹੁੰਦੀ ਹੈ। ਹਿੰਦੂ ਰਾਸ਼ਟਰ ਦੀ ਗੱਲ ਜਿਹੜੀ ਹੈ ਇਹ ਕੱਟੜਵਾਦ ਦੀ ਨਿਸ਼ਾਨੀ ਹੈ ਕਿ ਦੂਸਰੇ ਧਰਮਾਂ ਨੂੰ ਬਰਦਾਸ਼ਤ ਨਹੀਂ ਕਰਨਾ, ਦੂਸਰੇ ਧਰਮਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ। ਸਿਮਿਲਰਲੀ ਕੱਟੜਵਾਦ ਉੱਥੇ ਵੀ ਹੈ ਜਿਹਦੇ ਕਰਕੇ ਸਿੱਖਾਂ ਦੇ ਉੱਤੇ ਅਟੈਕ ਹੋ ਰਹੇ ਨੇ। ਦੂਜਾ ਕਾਰਨ ਕੀ ਹੈ ਅਟੈਕ ਹੋਣ ਦਾ ਕਿ ਭਾਰਤ ਦੀ ਜਿਹੜੀਆਂ ਐਮਬੈਸੀਆਂ ਅਫਗਾਨਿਸਤਾਨ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਨੇ, ਉਹਨਾਂ ਨੇ ਆਪਣੇ ਵੱਲੋਂ ਸੀਰੀਅਸ ਐਫਰਟਸ ਨਹੀਂ ਕੀਤੇ, ਜਿਹਦੇ ਨਾਲ ਅਗਰ ਕੀਤੇ ਹੁੰਦੇ ਤਾਂ ਸਿੱਖਾਂ ਦੀ ਸਿਕਿਉਰਿਟੀ
ਸਿੱਖਾਂ ਦੀ ਸੇਫਟੀ, ਸਿੱਖਾਂ ਦੇ ਜਿਹੜੇ ਗੁਰਧਾਮ ਨੇ ਉਹਨਾਂ ਵਾਸਤੇ ਕੋਈ ਨਾ ਕੋਈ ਯੋਗ ਪ੍ਰਬੰਧ ਕੀਤੇ ਗਏ ਹੁੰਦੇ। ਪਾਕਿਸਤਾਨ ਵਿੱਚ ਵੀ ਐਸਾ ਨਹੀਂ ਹੈ ਮਾਹੌਲ, ਤੇ ਅਫਗਾਨਿਸਤਾਨ ਦੇ ਵਿੱਚ ਵੀ ਐਸਾ ਮਾਹੌਲ ਨਹੀਂ ਹੈ। ਹੋਰ ਤਾਂ ਹੋਰ ਅਸੀਂ ਕੀ ਕਹੀਏ, ਕਿਤੇ ਕੋ ਜਾ ਕੇ ਰੋਈਏ। ਭਾਰਤ ਦੇ ਵਿੱਚ ਸਾਡੇ ਆਪਣੇ ਗੁਰਧਾਮ ਸੇਫ ਨਹੀਂ ਹੈਗੇ, ਤੇ ਉਸੇ ਸਰਕਾਰ ਨੇ ਅਫਗਾਨਿਸਤਾਨ ਦੇ ਵਿੱਚ ਵੀ ਆਪਣੀ ਡਿਊਟੀ ਨਹੀਂ ਨਿਭਾਈ। ਤੇ ਨਤੀਜਾ ਹੈ ਕੱਟੜਵਾਦ ਦੀ ਤੁਸੀਂ ਗੱਲ ਕੀਤੀ ਹੈ ਤੇ